ਔਰ ਇੱਥੇ ਲਿਖਿਆ ਹੋਇਆ ਮਸਲਸ ਮੈਨ ਤੇ ਮੈਂ ਹੁਣ ਕੁਝ ਬੋਲਦਾ ਨਹੀਂ, ਮੈਂ ਫਿਰ ਖਾਮੋਸ਼ ਹਾਂ, ਵਰਨਾ ਮੈਂ ਜਵਾਬ ਤੁਹਾਨੂੰ ਜ਼ਰੂਰ ਦਿੰਦਾ ਇਹਦਾ। ਭਾਈਜਾਨ ਤੁਸੀਂ ਬੋਲ ਤੇ ਰਹੇ ਹੋ, ਖਾਮੋਸ਼ ਨਹੀਂ ਹੋ। ਖਾਮੋਸ਼ ਕਿਸ ਤਰ੍ਹਾਂ ਤੁਸੀਂ ਮਤਲਬ ਕਹਿ ਸਕਦੇ ਹੋ ਮੈਂ ਅੱਛਾ ਖਾਮੋਸ਼ ਹਾਂ? ਗੱਲ ਹੈ ਵੇ ਕਿ ਗਾਮਾ ਭਾਈ ਜੀ ਚੌਧਰੀ ਸਾਹਿਬ ਗੁਜ਼ਾਰਿਸ਼ ਹੈ ਵੇ, ਜੇ ਤੇ ਕੋਈ ਲੜਾਈ ਝਗੜਾ ਕਰਨਾ ਹੈ ਹਾਂਜੀ ਤੇ ਫਿਰ ਵੀ ਠੀਕ ਹੈ ਕਿ ਬਈ ਬੰਦਾ ਇੱਕ ਹੁੰਦਾ ਨਾ, ਇੱਕ ਮਜ਼ਾਜ ਹੁੰਦਾ ਜੀ ਲੜਾਈ ਝਗੜੇ ਵਾਲੇ, ਚਲੋ ਠੀਕ ਹੈ, ਹਾਂ ਉਹ ਬਿਲਕੁਲ ਇੱਕ ਮਜ਼ਾਜ ਹੈ। ਜੇ ਤੇ ਕੋਈ ਗੱਲਬਾਤ ਕਰਨੀ ਹੈ, ਕੋਈ ਇਲਮੀ, ਕੋਈ ਕਿਸੇ ਮੌਜੂ ਦੇ ਉੱਤੇ, ਤੇ ਫਿਰ ਵੀ ਠੀਕ ਹੈ। मैं ਤੇ मौजूद ਵੈਸੇ पे बात करनी जनाब। ਹਾਂ, ਕੀ ਮੌਜੂ ਹੈ ਆਪ ਜਨਾਬ ਦਾ? मेरा पहली तो गल है कमांडर साहब, अगर मैं एक मिनट मैं थोड़ा टाइम करता हूँ, अगर मैं ना रखिया प्यारी कोर या गामा गुजर या फजा नाई, तो कोई तकलीफ नहीं होनी चाहिए है। ਇਹ ਟਿਕਟਾਕ ਇਸ ਨੂੰ ਕਹਿੰਦੇ, ਇਹ ਜਿੱਥੇ ਨਾ ਹਰ 7 ਦਿਹਾੜਿਆਂ ਬਾਅਦ, ਹਰ 3 ਦਿਹਾੜਿਆਂ ਬਾਅਦ ਚੇਂਜ ਕਰ ਸਕਦੇ ਹੋ ਤੁਸੀਂ, ਹੈ ਕਿ ਨਹੀਂ? ਅੱਛਾ, ਮੈਂ ਨਾ, ਤੁਸੀਂ ਅਗਰ ਮੇਰੇ ਨਾਲ ਹੀ ਮੁਖਾਤਬ ਰਹੋ ਤੇ ਉਹ ਜ਼ਿਆਦਾ ਮੁਨਾਸਬ ਨਹੀਂ। ਅੱਛਾ ਠੀਕ ਹੈ, ਬਸ ਇਹ ਮੈਂ ਗੱਲ ਉਸ ਨੂੰ ਕਹਿਣੀ ਸੀ। ਅੱਛਾ, ਇਹ ਮੈਂ ਤੁਹਾਡੇ ਕੋਲ ਗੱਲ ਪੁੱਛਣਾ ਚਾਹਣਾ ਕਿ ਤੁਸੀਂ ਦੱਸੋ ਕਿ ਕੁਰਾਨ ਪਾਕ ਦੇ ਵਿੱਚ ਕਿੱਥੇ ਲਿਖਿਆ ਨਮਾਜ਼ਾਂ ਦੇ ਬਾਰੇ ਵਿੱਚ, ਔਰ ਕਿਤਨੀਆਂ ਨਮਾਜ਼ਾਂ? ਦੋ ਚੀਜ਼ਾਂ ਮੈਨੂੰ ਦੱਸਣੀਆਂ ਨੇ, ਕਿੱਥੇ ਔਰ ਕਿਤਨੀਆਂ। ਉਹ ਇੰਜ ਵੇ ਕਿ ਤੁਸੀਂ ਫਿਰ ਗਲਤ ਬਰਾੜ ਤੇ ਆ ਗਏ ਹੋ। ਅੱਛਾ ਇਹ ਨਮਾਜ਼ਾਂ ਦੇ ਮੁਤਲਕ ਦੱਸਣ ਵਾਲੀ ਬਰਾੜ ਨਹੀਂ ਹੈ। ਇਹ ਵੇ ਮਿਰਜ਼ਾ ਸੀਨੀਅਰ ਗੁਲਾਮ ਕਾਦੀਆਨੀ ਤੇ ਮਿਰਜ਼ਾ ਜੂਨੀਅਰ ਜੇਲਮੀ ਦੀ ਕਰਤੂਤਾਂ ਦੱਸਣ ਵਾਲੀ ਬਰਾੜ ਹੈ। ਵੇਖੋ ਨਾ ਜੀ, ਹਰ ਬਰਾੜ ਦਾ ਵੇਖੋ, ਜੀ ਜਨਾਬ ਹਰ ਬਰਾੜ ਦਾ ਆਪਣਾ ਇੱਕ ਮਜ਼ਾਜ ਹੁੰਦਾ ਹੈ, ਆਪਣਾ ਇੱਕ ਤਰੀਕਾ ਕਾਰ ਹੁੰਦਾ ਹੈ। ਜੀ ਹੁਣ ਕਈ ਬਰਾਡਾਂ ਤੁਸੀਂ ਵੇਖੀਆਂ ਹੋਣਗੀਆਂ, ਉਹ ਸਿਰਫ ਗਾਲਾਂ ਵਾਲੀਆਂ ਹੁੰਦੀਆਂ ਨੇ। ਤੁਸੀਂ ਉਹਨਾਂ ਨੂੰ ਗਾਲਾਂ ਕੱਢੋ, ਉਹ ਤੁਹਾਡੀ ਮਾਂ ਭੈਣ ਨੂੰ ਕੱਢਣ। ਕੁਝ ਬਰਾਡਾਂ ਹੁੰਦੀਆਂ ਨੇ ਕਿ ਬਈ ਜੁਗਤਾਂ ਸ਼ੁਗਤਾਂ ਮਾਰਨ ਵਾਲੀਆਂ, ਕੁਝ ਬਰਾਡਾਂ ਹੁੰਦੀਆਂ ਨੇ ਜਨਾਬ ਇੰਜ ਦੀਨਦਾਰੀ ਦੀਆਂ ਹੁੰਦੀਆਂ ਨੇ, ਨਮਾਜ਼ ਰੋਜ਼ੇ ਦੇ ਮਸਲੇ ਦੱਸਣ ਵਾਲੀਆਂ। ਤੇ ਕੁਝ ਬਰਾਡਾਂ ਇੰਜ ਦੀਆਂ ਲੱਗੀਆਂ ਨੇ ਕਿ ਜਿਹੜੀਆਂ ਛੋਟਾ ਮਿਰਜ਼ਾ ਤੇ ਵੱਡਾ ਮਿਰਜ਼ਾ, ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਦੱਸਣ ਵਾਲੀਆਂ। ਤੇ ਅੱਛਾ ਸਾਡੀ ਬਰਾੜ ਉਹ ਵੇ ਜੀ ਜਨਾਬ। ਅੱਛਾ ਜੀ, ਮਤਲਬ ਲੇਕਿਨ ਮੈਂ ਪੁੱਛਣਾ ਚਾਹੁੰਦਾ, ਤੁਸੀਂ ਲਿਖਿਆ ਹੋਇਆ ਮੁਫਤੀ ਸਾਹਿਬ, ਤੇ ਇਸ ਦਾ ਮੈਂ ਤਾਂ ਸਮਝਿਆ ਸੀ ਕਿ ਤੁਹਾਨੂੰ ਕੋਈ ਇਲਮ ਹੋ ਸੀ, ਤੁਹਾਡੇ ਕੋਲ ਮੈਂ ਕੁਝ ਸਿੱਖ ਸਕਾਂਗਾ। ਚਲੋ, ਮੁਫਤੀ ਦਾ ਮਤਲਬ ਹੁੰਦਾ ਵੇ ਫਤਵਾ ਦੇਣ ਵਾਲਾ, ਤੇ ਅਸੀਂ ਜਿਹੜਾ ਫਤਵਾ ਦਿੰਨੇ ਆ, ਇਹਨਾਂ ਦੋ ਮਿਰਜ਼ਿਆਂ ਦੇ ਬਾਰੇ ਫਤਵਾ ਦਿੰਨੇ ਆ। ਅੱਛਾ 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 ਅੱਛਾ, ਠੀਕ 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 ਠੀਕ, ਚਲੋ ਠੀਕ ਹੈ, ਇਹਨਾਂ ਕੀ ਰਗੜੀ ਰੱਖੋ ਹੈ ਜੀ, ਤੇ ਇਨਸ਼ਾਅੱਲਾ ਫਿਰ ਵਾਪਸ ਹੈ ਜੀ। ਹਾਂ ਚਲੋ, ਅੱਲਾ ਕਮਾਂਡਰ ਸਾਹਿਬ ਇਨਸ਼ਾਅੱਲਾ ਫਿਰ ਮੁਲਾਕਾਤ ਹੋ ਸੀ। ਅੱਲਾਹੁ ਅਕਬਰ। ਬਸ ਠੀਕ ਹੈ, ਟੁਰੇ ਕੰਮ ਸਾਫ ਤਾਂ ਕਰੇ। ਹਾਂਜੀ, ਹੋਰ ਕੋਈ ਆਏ ਨੇ? ਮੁਜੀਬ ਸਾਹਿਬ, अस्सलाम वालेकुम। मुजीब जी, मुजीब साहब कौन ने? मुजीब साहब माइक खोलें। मुजीब शाह, ताजदार खत्म नबूवत जिंदाबाद। अच्छा, ये चले गए। हाँ भी वो कादियानी मर रही। अच्छा भाई, मैंने किताब जो लिखी है अकीदा ख़त्म नबूवत, इसके ऊपर मैं कादियानियों को मुनाजरे का चैलेंज पेश करता हूँ। अपनी किताब के ऊपर मैं चैलेंज पेश करता हूँ, आ जाओ भाई, बात कर लो। अभी ना वो किताब का मैंने सिर्फ व्हाट्सएप के ऊपर स्टेटस लगाया, तो तकरीबन सारे कादियानियों के ये मैसेज आए मुझे रिप्लाई में, मौलवी तू झूठ बोले है, तू गप्पा मारियां, मौलवी तू झूठ और मैं क्या, किताब तो तू हजे पढ़ी नहीं। किताब का भी फ्रंट वो टाइटल लगाए, तुम कह रहे हो वो मौलवी झूठ बोलता, पागल दियो पुत्रो।
اس لیے میں مناظرہ کرتا ہوں. آؤ اس کی ایک ایک سطر کے اللہ پاک کے حکم سے ذمہ دار ہیں. وہ مناظرے کا چیلنج قبول کرنے آئے ہیں مولا بس نام سے آئی اچھا ڈی ہے مولا مولا. بس ہوئے ہوئے مولا بس صاحب نو چکو یا تے نالے کو ریکارڈنگ تے چل ہی رہی ہوئے گی. چلو ٹھیک مولا بس صاحب نو چکو یار. اے مولا بس آپ لوگوں کو شاید نہیں پتا کہ یہ مرزا قادیانی کے اوپر یہ شیطانی وحی نازل ہوئی تھی، اور اس وحی کا جو شان نزول ہے وہ یہ ہے کہ رجولیت کی طاقت کا اظہار کر رہا تھا یہ لاش. تو وہ پھر مرزا صاحب کی جب پٹی پٹی گئی تو واللہ واللہ سیدھا ہویا اولا ہو گیا، اور جناب پھر خون کے فوارے چھوٹ پڑے مرزا جی کی مقد سے. تو اس وقت یہ مرزا جی نے فرمایا تھا مولا بس مولا بس. یہ وہ شان نزول ہے اس وحی کا. ہاں چکو یار مرزئی نو مولا بس اگر آیا ہے تے یہ مبارک احمد میں یہ جرمنی سے ہوتا ہے لیکن آ نہیں رہا کال پہ. پتہ نہیں اس کی بھی بس ہو گئی ہے، بھاگ گیا. مولا بس انہوں نشان نزول دس چھڑے انہیں ہن کتھے ہونا ہے. جی اگر نہ شان نزول دس دے تے پھر شاید آ جاتا. ہوں تے شان نزول دس چھڑے ہے. اچھا یار ببو منڈیو میں سندا جے پیا تے میں نا اصل چ کھانا کھانا ہے ٹھیک ہے تے تسی جڑا ہے میں سن رہا ہوں بیٹھا ہوں. السلام علیکم. وعلیکم السلام. مولوی صاحب ایک سوال سی میرا دا جواب دیو گے چھوٹا جا. پہلے آپ اپنا تعارف تو کروائیں نا آتے ساتھ مولوی صاحب. آپ اپنا تعارف کروائیں. جی آپ مرزا تعارف قادیانی کے بارے میں کیا کہتے ہیں؟ ان کو سوال کرنے دیں پتہ چل جائے گا. میں کچھ بھی نہیں کہتا بھائی. لا الہ الا اللہ محمد رسول اللہ. اچھا بھائی دسو مینوں یہ گل. اچھا مولوی صاحب بھائی نے گل کرنی یا مولوی صاحب نے گل کر سکتا ہوں؟ آپ سوال کریں اپنا جو بھی ہوگا جواب دے دے گا آپ کو. جزاک اللہ. بھائی اگر کوئی بندہ نماز پڑھ رہا وا تے او دے اگوں گزرنا وا تے کی طریقہ کار ہوندا وا؟ اے کسے بھائی نال میری گل ہوئی سی اس وجہ تو میں سوال. چلو کیونکہ موضوع ساڈا قادیانیت ہے تے جواب تانوں دے دندے اودے مطابق ہی. ہاں جی میں کہ موضوع ساڈا ہے قادیانیت تے اودے مطابق کی سوال ہے انہاں دا؟ میں ہوں آیا واں مولوی صاحب دوبارہ. سوال یہ آ کہ اگر کوئی بندہ نماز پڑھ رہا نا تے او دے سامنے اگر کوئی اور جگہ نہیں ہے او دے سامنے گزرنا وا تے کی کرنا چاہیے؟ تہاڈا کس نام طریقے نال؟ کی ہے پہلے تے اے دسو نا. احمد. احمد. تے مرزا غلام احمد قادیانی نو کی سمجھدے ہو؟ جزاک اللہ تہاڈا ہو گیا جواب ہو گیا. جزاک اللہ. لکھ دی لعنت تھینک یو. مرزا قادیانی خندیر دے اوتے. لکھ دی لعنت ہے بھائی. اینو لکھ دی لعنت مرزا قادیانی خندیر دے اوتے. تسی مولوی سارے سور اوے ہو لکھ اور دی لعنت میں سوراں نہ دی مرزا قادیانی سور خندیر دے تسی اوتے. سور یہ قادیانی ہے، یہ پکا قادیانی ہے یہ بندہ ہے. نماز وہ خوشو خضوع تہاڈی والا کیڑی نماز؟ حوالہ دے دینا سارے محترم کہ نماز تے صلی اللہ علیہ وسلم نے فرمایا سی ٹھیک اگوں ہے گزرنا تے بعد کہ دی گل ہے. اوے گل سن. میری گل سنو نا. اوے کی نا اوے ٹھہر اوے میری گل مدیا یار گل سن. اوے لعنتی عثمان جی جی انو سور خشوع دا و خضوع بچہ والا حوالہ ذرا دے ہم نے پڑھ کے سنا سدرا. میں وہ انو پڑھن انو لگا. جان نہ دیں جان نہ دیں. اچھا او نماز دے نماز پڑھ دے تو اگوں گزرنا تیری ہے تے بعد دی ادھر گل ہے. ادھر تیرے تے سوال کہ کتے نماز دے ہن میں پتر اور کتے دے مار نماز چیکا میں یاد مار الہی چیکا میں تیری ہے. کی بہن جس کو دوسرے کڈ لفظوں گالاں میں کڈ گالاں. ساریاں ٹائٹ کر لو، لگاما ٹائٹ کر لو. نطفہ کی اس حالت سے مشابہ ہے اور سور دے جب وہ صورت انزال پکڑ کر اندام نہانی کے اندر گر تسی جاتا سوراں دے ہے. تسی سوراں دے نماز تسی سور دے
ਠੀਕ ਹੈ ਤੁਸੀਂ ਯਾਰ ਇਹ ਤੇ ਵਾਲਾ ਸੁਣ ਲੈ ਮਿਰਜ਼ਾ ਸਾਹਿਬ ਸੂਰਾਂ ਦੇ ਕਹਿੰਦੇ ਇਹਦੀ ਨੇ ਠੋਕ ਠੋਕ ਮੰਜੀ ਸੂਰਾਂ ਦੇ ਉਸਮਾਨ ਦਾ ਠੋਕ ਮਿਰਜ਼ਾ ਸਾਹਿਬ ਕਹਿੰਦੇ ਠੀਕ ਨੇ ਹੈ ਕਿ ਨਮਾਜ਼ ਦੇ ਵਿੱਚ ਜਿਹਨਾਂ ਨਾ ਰੰਡੀ ਠੀਕ ਹੈ ਦੇ ਅੰਦਰ ਜਦੋਂ ਸੂਰ ਨੁਤਫਾ ਦੇ ਸੂਰੋ ਸੁੱਟਣਾ ਹੈ ਨਾ ਤੇ ਉਹ ਮਜ਼ਾ ਆਉਂਦਾ ਹੈ ਉਸ ਸਾਡੂ ਟਾਈਮ ਉਹ ਮਜ਼ਾ ਆਉਣਾ ਚਾਹੀਦਾ ਨਮਾਜ਼ ਦੇ ਵਿੱਚ ਸੂਰੋ ਪਹਿਲੇ ਤੇ ਤੁਸੀਂ ਉਹ ਮਜ਼ਾ ਲੈ ਕੇ ਆਣਾ ਹੈ ਨਾ ਸੂਰਾਂ ਕੋਈ ਦੇ ਤੁਹਾਡੀ ਜਿਹੜੀ ਸੂਰ ਕੁਵਾਰੀ ਲੜਕੀਆਂ ਨੇ ਉਹ ਰੰਡੀ ਬਾਜ਼ੀ ਕਰਨਗੀਆਂ ਜਾਂ ਤੁਹਾਡੇ ਕੁਵਾਰੇ ਲੜਕੇ ਤੁਹਾਡੀ ਸੂਰ ਲਜਨਾਵਾਂ ਦੇ ਨਾਲ ਰੰਡੀ ਕੁੱਤੇ ਬਾਜ਼ੀਆਂ ਦੇ ਕਰਨਗੀਆਂ ਤੇ ਖੁਸ਼ੋ ਖੁਦੂ ਆਏਗਾ ਫੇਰ ਹੀ ਤੁਸੀਂ ਨਮਾਜ਼ ਦੇ ਅੱਗੇ ਤੁਸੀਂ ਕੋਈ ਖੜਾ ਕੋਈ ਅੱਗੋਂ ਗੁਜ਼ਰੇ ਉਹ ਬਾਅਦ ਦੀਆਂ ਗੱਲਾਂ ਲੈਣਾ ਸੀਗਾ ਤਾਂ ਇਹ ਗੱਲ ਤੇ ਚੜ ਗਿਆ ਹੈ। ਇਹ ਜਿਹਨੇ ਲਿਖਿਆ ਹੈ ਉਹਨੂੰ ਵੀ ਕੁਝ ਆਖਣਾ ਜਿਹੜਾ ਤੇਰਾ ਪਿਓ ਲਿਖ ਗਿਆ ਹੈ। ਪੜਨ ਵਾਲੇ ਨੂੰ ਤੇ ਤੂੰ ਗਾਲਾਂ ਕੱਢਣਾ ਪਿਆ ਤੇ ਲਿਖਣ ਵਾਲੇ ਨੂੰ ਕੀ ਆਖੇਗਾ ਸੂਰਾਂ ਦਾ ਸੂਰ ਕਿੱਥੋਂ ਮੂੰਹ ਚੁੱਕ ਕੇ ਆ ਗਿਆ ਉਹਨਾਂ ਦਾ ਸ਼ਾਹ ਜੀ ਰਿਸ਼ਤੇਦਾਰੀ ਕਰਦੇ ਨੇ ਲਿਖਣ ਵਾਲਿਆਂ ਨਾਲ ਨਾ ਲਿਖੀ ਰਿਸ਼ਤੇਦਾਰੀ करते रहे कहते हैं मेरी जमात के लोग मैंने देखा है कि ये बंदर और सूअर हैं और उससे मैंने तबीर ये किया है कि ये मेरी जमात के लोग हैं लख दी लानत का दिया नहीं कोई यार कोई गुफ्तगू करनी है गालियाँ ही देनी है कोई इल्मी गुफ्तगू भी आके कर लो ये टाक मास्टर साहब आए हैं इनसे इल्मी गुफ्तगू कोई करते हैं ये फ्रीहा ख्वाजा भी बैठी हुई हैं देखें हम हवाला पढ़ रहे थे खुशो खुदू नमाज में मिर्ज़ा कादियानी कहता है कि नमाज में खुशो खुदू की ਜੇ हालत ना ਆਪਣੀ ਧੀ ਦੇਣੀ ਹੈ ਮੌਲਵੀ खुशो ਸਾਹਿਬ खुदू की हालत देखो अहमद साहब मेरी बात सुनो ਨਹੀਂ ਨਹੀਂ ਮੇਰੀ ਗੱਲ मेरी तो ਸੁਣੋ मेरी ਇਹ बात तो ਇਹਨਾਂ ਨੇ सुनो ना ਗਾਲ ਕੱਢੀ ਹੈ ਇਹ ਕੁੱਤੇ ਦੇ नहीं ਪੁੱਤਰ ਨੂੰ किसी ने ਪਤਾ ਨਹੀਂ ਹੈ गाली ਕਿ ਮੈਂ ਗੱਲ ਕਿਹੜੀ ਕਰ ਰਿਹਾ ਵਾਂ नहीं ਇਹ मिर्ज़ा ਮੌਲਵੀ ਦੀ कादियानी ਮੈਂ ਕੀ ਔਲਾਦੇ ਨਿਦਾ ਦਾ ਰਿਸ਼ਤਾ ਲੈ ਕੇ ਆਇਆ ਤੂੰ ਇਹ ਉਹ ਨਹੀਂ ਕਹੇ ਨਹੀਂ ਗਸ਼ਤੀ ਮੈਂ ਮਾਂ ਦੇ ਬੱਚੇ ਤੋਂ ਨਿਦਾ ਦਾ ਰਿਸ਼ਤਾ ਲੈ ਕੇ ਆਇਆ ਇਹਦੀ ਚੁੱਪ ਕਰਕੇ ਸੁਣ ਹਵਾਲੇ ਦਾ ਜਵਾਬ ਆਪਣੀ ਦੇ ਤੇਰਾ ਪਿਓ ਕੀ ਆਖ ਕੇ ਗਿਆ ਨਹੀਂ ਮੈਨੂੰ ਆਪਣੀ ਨਹੀਂ ਉਹ ਦੱਸ ਨਾ ਬੱਚੀਆਂ ਦੇ ਸਾਹਮਣੇ ਇੰਜ ਪੜਦੇ ਨਮਾਜ਼ ਦਿਓ ਮੈਨੂੰ ਆਪਣੀ ਉਹ ਬੱਚੀਆਂ ਦੇ ਸਾਹਮਣੇ ਇੰਜ ਪੜਦੇ ਹੋ ਤਾਂ ਇਹਦੇ ਨਿਦਾ ਤੋਂ ਛੱਡੀ ਧੀ ਨਹੀਂ ਦਾ ਰਿਸ਼ਤਾ ਦਿਓ ਨਹੀਂ ਨਿਦਾ ਦਾ ਰਿਸ਼ਤਾ ਲੈ ਕੇ ਆਇਆ ਤੂੰ ਨਿਦਾ ਦਾ ਰਿਸ਼ਤਾ ਲੈ ਕੇ ਆਇਆ ਮੈਂ ਤੇਰੀ ਸਾਰੀ ਉਹ ਨਿਦਾ ਦਾ ਲੈ ਕੇ ਆਇਆ ਤੁਹਾਡੀ ਉਹ ਤੂੰ ਨਿਦਾ ਦਾ ਰਿਸ਼ਤਾ ਲੈ ਕੇ ਆਇਆ ਵੇ ਅਸਾਂ ਨਹੀਂ ਲੈਣੀ ਰਿਸ਼ਤਾ ਲਵਾਂਗਾ ਮੈਂ ਤੁਹਾਡੀ ਧੀ ਦਾ ਸੈਕੰਡ ਹੈਂਡ ਉਹ ਹਾਂ ਨਹੀਂ ਲੈਣੀ ਉਹ 6 ਲੱਖ ਤੁਹਾਡੀ ਧੀ ਨੂੰ ਮੈਂ ਲੈ 55,000 ਚੱਲ ਗਈ ਏ ਉਹ ਇੱਥੇ ਨਿਗਾਹ ਨਹੀਂ ਲੈਣੀ ਉਹ 6,55,000 ਚੱਲ ਗਈ ਸੈਕੰਡ ਹੈਂਡ ਹਾਂ ਨਹੀਂ ਲਈ ਕਦੀ ਜਰਮਨੀ ਜਾਂ ਮਸਰੂਰਾ ਦੀ ਜਰਮਨੀ ਨਵੀਂ ਵੇਖ ਇੱਕੋ ਨਾਲ ਨਸ ਗਈਆਂ ਨਹੀਂ ਉਹ ਖੋਤੀ ਉਹ ਹਵਾਲੇ ਦਾ ਜਵਾਬ ਦੇ ਤੇਰਾ ਪਿਓ ਕੀ ਲਿਖ ਕੇ ਗਿਆ ਹੈ? ਨਮਾਜ਼ ਇਸ ਤਰ੍ਹਾਂ ਪੜ੍ਹਦੇ ਹੋ ਬੱਚੀਆਂ ਦੇ ਸਾਹਮਣੇ ਤੁਹਾਡੀ ਬੁੱਢੀ ਨਾਲ ਰੋਲਾ ਪਾਓ ਜਾ ਉੱਥੇ ਵੀ ਬੱਚੀਆਂ ਦੇ ਸਾਹਮਣੇ ਇੰਜ ਨਮਾਜ਼ ਪੜ੍ਹਦੇ ਹੋ ਉਹ ਕੁੱਤੇ ਉਹ ਤੁਹਾਨੂੰ ਉਹ ਸੂਰਾਂ ਤੋਂ ਇੰਜ ਨਮਾਜ਼ ਪੜ੍ਹਨਾ ਬੱਚੀ ਦੇ ਸਾਹਮਣੇ ਆਪਣੀ ਦੇ नहीं काजी यार किसको याद है ਖਾਦੂ ਨੇ ਵੀ ਇਹੀ ਦਿਨ ਚ 96 ਵਾਰੀ ਖਾਦੂ अच्छा वो नीचे ना एक बैठी हुई हैं ਆਪਣਾ ਆਜ਼ਰ ਸ਼ਾਹ ਜੀ ਉਹ ਨਿਦਾ ਦਾ ਰਿਸ਼ਤਾ ਲਿਆਇਆ ਵੀ ਹੈ ਤੇ ਅਸੀਂ ਨਹੀਂ ਲੈਣਾ ਅਸੀਂ ਨਹੀਂ ਚਲੀ ਜਾਵਾਂ ਲੈਂਦੇ ਭਾਈ ਜੀ ਉਹ 6,55,000 ਚੱਲੀ ਐ ਅਸਾਂ ਨਹੀਂ ਲੈਣੀ ਉਹ 6 लाख ਸੈਕੰਡ ਹੈਂਡ ਲੇਕਿਨ ਹੈਂਡ ਨਹੀਂ ਪਤਾ ਨਹੀਂ ਕਿੰਨੇ ਕੋ ਹੈਂਡ ਲੈ ਹੁਣ ਤੇ ਹੈਂਡ ਵੀ ਮੁੱਕ ਗਏ ਨੇ ਜਿੰਨੇ ਕੋ ਹੈਂਡ ਉਹ ਚੱਲੀ ਏ ਉਹ ਸਾਰਾ ਕੈਲਕੂਲੇਟਰ ਫੜ ਕੇ ਤੁਸੀਂ ਉਹਦਾ ਕਰ ਲਓ ਹਿਸਾਬ ਉਹ 6,55,000 ਚੱਲ ਗਈ ਆਹ ਸੈਕੰਡ ਹੈਂਡ ਕੀ ਕਰਨੀ ਹੈ ਸ਼ਾਹ ਜੀ ਤੁਸੀਂ ਆਦੇ ਖਾਤੇ ਖੋਲ ਕੇ ਬਹਿ ਗਏ ਹੋ ਲਵੋ ਉੱਤੇ ਇਹਨੂੰ ਫੇਰ ਇੱਕ ਵਾਰੀ ਨਹੀਂ ਨਹੀਂ ਯਾਰ ਗਾਲਾਂ ਕੱਢਦਾ ਵਾ ਫਾਇਦਾ ਕੋਈ ਨਹੀਂ ਆਂਦਾ ਕਰੋ अस्सलाम वालेकुम ਵਾਲੇਕੁਮ ਸਲਾਮ ਇਹ ਬਰਾਡ ਦੇ ਜਿਹੜੇ ਓਨਰ ਨੇ ਜਨਾਬ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਸਵਾਲ ਹੈ जी जी ਮੌਜੂਦ ਹੋ ਸਰ सारे मौजूद है सवाल करो तुसी ਸਰ ਬੜੀ ਮੌਦਬਾਨਾ ਗੁਜ਼ਾਰਿਸ਼ ਹੈ ਹੱਥ ਬੰਨ ਕੇ ਇਲਤਜਾ ਹੈ ਇਹ ਜਿਹੜੇ ਤੁਸੀਂ ਕੁਝ ਮਨਾਜ਼ਰੇ ਤੈਅ ਕਰਦੇ ਹੋ ਹਯਾਤੇ ਈਸਾ ਤੇ ਵਫਾਤੇ ਈਸਾ ਠੀਕ ਹੈ ਇਹਦੇ ਵਿੱਚ ਜਿਹੜਾ ਮਾਮਲਾ ਹਯਾਤ ਦਾ ਹੈ ਤੇ ਵਫਾਤ ਦਾ ਹੈ ਇਹਦੇ ਵਿੱਚ ਜਿਹੜੇ ਤੁਸੀਂ ਇਹ ਮਨਾਜ਼ਰੇ ਇਹਨਾਂ ਨਾਲ ਤੈਅ ਕਰਦੇ ਹੋ ਇਹਦਾ ਮਕਸਦ ਕੀ ਹੈ ਨਾ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਮਨਾਜ਼ਰੇ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਕੀਤੇ ਹੁੰਦੇ ਨੇ ਡਿਬੇਟਾਂ ਸ਼ੁਰੂ ਕੀਤੀਆਂ ਨੇ ਇਸ ਮਾਮਲੇ ਦੇ ਉੱਤੇ ਨਾ ਉਹਨਾਂ ਦਾ ਹਯਾਤ ਦੇ ਨਾਲ ਤਲਕ ਤੇ ਨਾ ਹੀ ਵਫਾਤ ਦੇ ਨਾਲ ਤੇ ਫਿਰ ਤੁਸੀਂ ਇਹਨਾਂ ਦੇ ਨਾਲ ਕੁਰਾਨ ਹਦੀਸ ਤੇ ਗੱਲ ਹੀ ਕਿਉਂ ਕਰਦੇ ਹੋ
अच्छा, अपना भाई का की नाम है? नदीम परवेज भाई। भाई बात सुने, यहाँ पे आपने देखा है किसी कादियानी के साथ हमने कोई मुनाजरा तय किया है हयात ईसा वफात ईसा पर? सर आप दूसरी ब्राडों पे तो जाते हैं ना, जहाँ पे मुनाजरे तय किए जाते हैं वहां पे आप होते हैं ना। मैंने मैंने उनसे मुनाजरा कोई किया हयात ईसा वफात ईसा पर? अगर मैंने किया है ना, तो मेरी प्रायोरिटी तो यही होती है कि भाई मिर्जा कादियानी को क्या करोगे। हयात ईसा पे लिखा कि अभी कल मैंने एक पूरा एक लेक्चर रिकॉर्ड करवाया है कि क्या कादियानी जो कहते हैं तुम लोगों को बावर करवाते हैं, ज़हनों में बिठाते हैं कि सबसे बड़ा इख्तलाफ मुसलमानों से हमारा हयात ईसा वफात ईसा है। झूठ बोलते हैं। कल मैंने एक बाकायदा लेक्चर दे के कम से कम कोई 10 हवाले मैंने दिए उसमें कि हमारा नहीं देखें, इख्तलाफ हयात ईसा हम मानते हैं ना, चलो वफात ईसा ये मानते हैं। वफात ईसा से इनको क्या फायदा, मुझे ये बता दें। आप मेरे भाई, मुझे लगता है बात नहीं मेरी सुन रहे मैं क्या कह रहा हूँ, और यही तो मैं बता रहा हूँ कि कल भी इसी के ऊपर हमारी बात हुई है कि कोई ये मौजू हमारा इख्तलाफी नहीं है इनके साथ, इस मौजू पर बात होनी नहीं चाहिए। समझे तो मेरी फिर बात? क्यों की ये जाती बात है? अगर होनी नहीं चाहिए तो फिर क्यों की जाती है? भाई हर एक को उस्मान भाई है ना कुछ ज्यादा एक्स्ट्रा ऑर्डिनरी स्टूडेंट बनने की कोशिश कर रहे हैं। क्यों की जाती है? जब एक बंदा आपको कह भी रहा है यार हम नहीं करते, फिर जान के जी की क्यों जाती है? तो जो करते हैं उनसे जाके बात कर लो। ਭਾਜੀ ਉਹ मेरी ਤੁਹਾਨੂੰ बड़ी ਅਸੀਂ ਕਿਹਾ ਤੁਸੀਂ ਚਸਕੇ ਕਿਉਂ ਲੈਂਦੇ ਹੋ? ਤੁਸੀਂ ਉਹਨੂੰ ਥੱਲੇ ਕਿਉਂ ਲਾ ਛੜਿਆ? ਕੋਈ ਸ਼ਰਮ ਕਰੋ। ਗੱਲ ਸ਼ਰਮ ਤੁਹਾਨੂੰ ਕਰੀਏ ਅਸੀਂ ਕਿ ਤੁਹਾਨੂੰ ਛੇੜ ਕੇ ਨਸਿਆ ਵੀ ਘਰੋਂ ਤੁਹਾਡੇ? ਸ਼ਰਮ ਛੇੜ ਕਰੀਏ। ਕੇ ਆਪ ਇਹਨੂੰ ਛੇੜ ਪੁੱਤਰ, ਮੈਂ ਤੈਨੂੰ ਚੁੱਕ ਕੇ ਨਾ ਲੈ ਜਾ ਤਾਂ ਕਹੀਂ ਭੂਤ ਨਹੀਂ ਦੇ ਚੁੱਕ ਕੇ ਲੈ ਦਾੜੀ ਜਾਣਾ। ਵਾਲੀ ਯਾਰ ਕੀ ਆ ਕੰਮ ਕਾਫਰਾਂ ਵਾਲੇ ਕਰਦੇ ਹੋ, ਸ਼ਰਮ ਹੀ ਨਹੀਂ ਆਉਂਦੀ ਤੁਹਾਨੂੰ। यार इस ਇਹ सारे ਬੜੇ मर्जी ਲੈਕਚਰ ਪੇੜਦੇ मर्जी ਨਹੀਂ। का ਆਓ ये ਕਿਸੇ सारे ਜਗ੍ਹਾ ਵੱਡੀ मर ਥਾਂ रही ਤੇ है ਬੈਠੋ। आज ना। ਉਹ ਪਤਾ ਕਿ ਉਸਮਾਨ ਭਾਈ ਉਹ ਅਕਸਰ ਨਾ ਉਹ ਜਿਹੜੇ ਸੂਰ ਆਉਂਦੇ ਨੇ ਨਾ 10-15 ਇਕੱਠੇ ਹੀ ਸੂਰ ਜਿਹੜੇ ਹੈਗੇ ਨੇ ਨਾ ਉਹ ਨੱਸ ਨਹੀਂ ਪੈਂਦੇ ਨੇ ਫਸਲਾਂ ਦੇ ਵਿੱਚੋਂ। ਇਹ ਕਾਦੀਆਨੀ ਵੀ ਹਮਲਾ ਕਰਦੇ ਨੇ ਨਾ ਸੂਰਾਂ ਤਰ੍ਹਾਂ। ਉਹ ਆਪੇ ਕਹਿੰਦਾ ਕਿ ਤੇਰੇ ਨਾਲ ਮੇਰੀ ਵੱਡਾ ਕੋਈ ਜਮਾਤ ਦੇ ਸੂਰ ਸਾਰੇ ਨਹੀਂ ਜਿਹੜੇ ਹੋ। ਹੈਗੇ ਨੇ ਉਹ ਖੰਜ਼ੀਰ ਨੇ। ਸੂਰ ਉਹ ਕਹਿੰਦੇ ਨੇ ਪੱਟ ਨਾ ਆਪਣੇ ਖਾਂਦੇ ਆਪ ਵੀ ਨੂੰ ਸੂਰਾਂ ਕਰਦੇ ਨੇ। ਅੰਗਰਨਾ इधरों कादियानिया दी छेड़ो ना ते मरजई ਸੂਰਾਂ जेड़ा ਦੀ ना ਰਾਤ ਨੂੰ इंजीनियर वाला जेड़ा मरजई है ਉਹ ਹਮਲਾ ਇੱਕ ਕਰਦਾ ਹੈ। ਜਾਂਦਾ ਤੇ ਇੱਕ ਆਉਂਦਾ ਹੈ। ਹਾਂ, ਉਹ ਕਾਦੀਆਨੀਆਂ ਉਹ ਨੂੰ ਕੁਝ ਸੂਰ ਕਹੋ ਨੇ ਤੇ ਉਹ ਕੱਟੇ ਹੀ ਇੰਜੀਨੀਅਰ ਸ਼ੇਰ ਵਾਲੇ ਤੇ ਨਾ। ਸੂਰ ਆ ਜਾਂਦੇ ਨੇ। ਉਹ ਮੈਂ ਕੁੱਤੀ ਕਿਹਾ ਦੀ ਸ਼ੇਰ ਤੇ ਔਲਾਦੋ ਨਾ ਮੈਂ ਸੂਰ ਮੁਸਲਮਾਨ ਜਿਹੜੇ ਨੇ ਆ। ਨਾ ਉਹ ਤੁਸੀਂ ਸੂਰ ਮਿਰਜ਼ਾ ਜਿਹੜੇ ਹੈਗੇ ਨੇ ਇੰਜੀਨੀਅਰ ਨਾ ਤੇ ਕੁੱਤੀ ਦੀ ਕਾਦੀਆਂ। ਔਲਾਦੋ ਮੈਂ ਮੁਸਲਮਾਨ ਆ, ਮੈਂ ਕਾਦੀਆਨੀ ਨਹੀਂ। ਨਹੀਂ ਤੁਸੀਂ ਮਰਜ਼ਈ ਹੋ, ਮਿਰਜ਼ਾ ਉਹ ਇੰਜੀਨੀਅਰ ਵਾਲੇ ਕੁੱਤੀ ਦੀ ਔਲਾਦੋ ਮਰਜ਼ਈ ਮਿਰਜ਼ਾ ਇੰਜੀਨੀਅਰ ਵਾਲੇ ਹੈ ਤੁਸੀਂ। ਉਹ ਵੇਖ ਲਓ ਮਰਦਾਨਾ ਦੀ ਹਾਲਾਤਾਂ ਸਾਨੂੰ ਬਣਾ ਰਹੇ ਨੇ। ਕੈਸੀ ਗੱਲ ਏ। ਉਹ ਸਾਨੂੰ ਮਰਦਾਨਾ ਦੀ ਹਾਲਾਤਾਂ ਬਣਾ ਰਹੇ ਨੇ ਬਹਿ ਕੇ। अंदाजा लगाएं उलमा जो है, उलमा के कितने ये लोग खिलाफ है, अंदाजा लगाएं। ये मिर्जा कादियानी वाले भी, ये मिर्जा जो जूनियर बंदा रेलवी अभी वाले नदीम भी, परवेज ये आया ना दोनों। नीचे, ये मेरी बात सुने, नदीम परवेज आया उधर अमन नजीर भाई की ब्रॉड पे 24 घंटे बैठा होता है, वहां पे सुन रहा होता है। तो तुम सुनते क्यों हो जाते ऐसा वफात ऐसा के पर गुफ्तगू? क्या तुम्हें चस्का मिलता है फिर वो सुनने के लिए? सुनते क्यों वहां पे, क्यों बैठे रहते हो? जिया भाई को क्यों सुनते हो जाके? उनकी ब्रॉड पे क्यों बैठे रहते हो? फिर अमन नजीर भाई की ब्रॉड पे क्यों बैठे रहते हो? ਹਾਂਜੀ ਭਾਈ ਦੇਖ ਲਓ ਤੁਸੀਂ ਬਹੁਤ ਕਿਤੇ ਕੰਜਰੀ ਦੇ ਬੱਚੇ ਕਾਦਿਆਨੀ ਆ। ਭੈਣ ਨੂੰ ਲਾਣਾ ਤੁਹਾਡੀ ਨੂੰ ਮਾਰਾ ਹਟਦੇ ਹੀ ਨਹੀਂ ਤੁਸੀਂ ਗਸ਼ਤੀ ਦੇ ਬੱਚੇ की आवाज ये कोरा आ गया जी। ਦੀ ਮਾਂ ਦੇ ਫੁੱਦੇ ਜੀ ਇਹ ਸ਼ੀਆ ਰਾਫਜ਼ੀ ਕਾਫਰ ਹੀ ਹੁੰਦੇ ਨੇ ਯਾਰ, ਇਹ ਵੀ ਮਰਜ਼ਈ ਨੇ, ਇਹ ਵੀ ਮਰਜ਼ਈ ਨੇ। ਮਿਰਜ਼ਾ ਇੰਜੀਨੀਅਰ ਵਾਲੇ ਹੋ ਗਏ, ਕਾਦੀਆਨੀ ਹੋ ਗਏ, ਇਹ ਸ਼ੀਆ ਰਾਫਜ਼ੀ ਹੋ ਗਏ, ਸਾਰੇ ਇੱਕ ਲਾਈਨ ਤੇ ਹੀ ਨੇ, ਸਾਰੇ ਸਿੱਧੇ ਇੱਕ ਹੀ ਹੋਏ ਹੋਏ ਨੇ। ਮਿਊਟ ਤੇ ਕਾਹਤੋਂ ਲਾਉਣੇ? ਮੈਂ ਬਹਿਨੋਈ ਸ਼ੀਆ ਰਾਫਜ਼ੀ ਜਿਹੜਾ ਨਾ ਮੁਤਾ ਦੀ ਪੈਦਾਇਸ਼ ਵਾਲੇ ਸਾਰੇ ਇੱਥੇ ਵੜ ਬੋਲੀ ਜਾਂਦੇ। ਜਾਵੇ। ਪਹਿਲਾਂ ਦੱਸ ਦਿਓ ਤੁਸੀਂ, ਕੋਈ ਬੰਦਾ ਕੋਈ ਚੱਜ ਦਾ ਸਵਾਦ ਦਾ ਹੋਵੇ, ਗਾਲਾਂ ਕੱਢਣ ਵਾਲੇ ਸਾਰੇ ਬੈਠੇ ਨੇ। ਉਹ ਕਾਦੀਆਨੀ ਆਓ ਉੱਪਰ। ਉਹ ਦੇਖੋ ਉਸਮਾਨ ਭਾਈ, ਅੱਛਾ ਜਿਹੜਾ ਵੀ ਆਂਦਾ ਨਾ ਆਂਦੇ ਨਾਲ ਹੀ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਕਮਾਲ ਹੋ ਗਿਆ ਯਾਰ, ਹੈ ਵੀ ਇਹਨਾਂ ਦੀ ਗੱਲ ਕਰਨ ਵਾਲੀ। ਰੇਲ ਸਾਹਿਬ ਆਏ ਨੇ ਬਈ, ਰੇਲ ਸਾਹਿਬ ਨਾਲ ਗੱਲ ਕਰੀਏ ਯਾਰ। ਬੈਤ ਫਾਰਮ ਜਿਹੜੇ ਨਾ ਤੁਸੀਂ ਆਪਣੇ ਰੈਡੀ ਕਰ ਲਓ ਤੇ ਆ ਰੇਲ ਸਾਹਿਬ ਆ ਕੇ ਸਾਈਨ ਕਰਨਗੇ। ਚਲੋ ਰੇਲ ਸਾਹਿਬ ਆਓ ਉੱਤੇ। ਰੇਲ ਕਾਦੀਆਨੀ ਕਹਿੰਦਾ ਹੈ ਕਿ ਉਹ ਆ ਗਿਆ। ਉਹ ਜ਼ਿਆ ਰਸੂਲ ਸਾਹਿਬ, ਕੱਲ ਤੁਸੀਂ ਸਾਈ ਕੋ ਮਤਲਬ ਕੁੱਟ ਖਾਦੀ ਰੂਹਾਨੀ,
ਹਰ ਜਗ੍ਹਾ ਦੇ ਉੱਤੇ 150 ਸਾਲ ਤੋਂ ਹਾਰਨ ਡਏ ਆ, ਫਿਰ ਵੀ ਐਵੇਂ ਫੈਸ਼ਨ ਦੇ ਤੌਰ ਤੇ ਬਹਿਸਾਂ ਕਰਦੇ ਹੋ, ਬਸ ਹੋਰ ਕੀ ਹੈ। ਅੱਛਾ, ਹਰ ਜਗ੍ਹਾ ਤੇ ਅਸੀਂ 150 ਸਾਲ ਤੋਂ ਤੇ ਹਾਰਨੇ ਪਏ ਆ। ਚਲੋ ਤੇ ਤੁਹਾਡੀ ਗੱਲ ਮੰਨ ਲਿੱਤੀ, 150 ਸਾਲ ਤੋਂ ਅਸੀਂ ਹਾਰਨੇ ਪਏ ਆ, ਤੇ ਨਿਦਾਲ ਵਾਲਾ ਕੇਸ ਕਿਹੜਾ ਜਿੱਤਿਆ ਉਹ ਤਾਂ ਦੱਸੋ ਦੇਖ, ਸਾਨੂੰ। ਇਹ ਤੇਰੀ ਸ਼ਿਕਸਤ ਦਾ ਪਹਿਲਾ ਲਫ਼ਜ਼। ਮੈਂ ਕਹਿ ਰਿਹਾ ਨਿਦਾਲ ਵਾਲਾ ਕੇਸ ਕਿਹੜਾ ਜਿੱਤਿਆ। ਨਹੀਂ, 150 ਸਾਲ ਤੇ ਨਿਦਾ ਦੀ ਗੱਲ ਨਹੀਂ ਹੋਣ ਨਹੀਂ, ਉਹ ਡਈ ਸੀ। ਦੱਸੋ ਤਾਂ ਸਹੀ, ਉਹ ਨਹੀਂ, ਨਿਦਾਲ ਵਾਲਾ ਇਹ ਤੇਰੀ ਕੇਸ ਕਿਹੜਾ ਜਿੱਤਿਆ। ਸ਼ਿਕਸਤ ਨਹੀਂ, ਦਾ ਪਹਿਲਾ ਨਿਦਾਲ ਵਾਲਾ ਨੁਕਤਾ ਆ ਕੇਸ ਗਿਆ। ਜਿੱਤਿਆ ਕਿਹੜਾ, ਦੱਸੋ ਤਾਂ ਸਹੀ ਯਾਰ। ਮੈਂ ਤਾਂ ਤੇਰੇ ਕਹਿ ਰਿਹਾ ਮੌਲਵੀ ਨਿਦਾਲ ਵਾਲਾ ਜਿਹੜੇ ਕੇਸ ਕਿਹੜਾ ਨੇ ਜਿੱਤਿਆ। ਨਿਦਾ ਕੇਸ ਦੇ ਉੱਤੇ ਗੱਲ ਕਰਦੇ ਨੇ। ਚਲੋ 150 ਮੌਲਵੀਆਂ ਨੂੰ ਰਿਸ਼ਤਾ ਬਾਅਦ ਚ ਦੇ ਦੇਣਾ, ਕੋਈ ਗੱਲ ਨਹੀਂ। ਪਹਿਲੇ ਮੈਂ ਕੁਵਾਰਾ ਬੈਠਾ, ਮੌਲਵੀ ਸਾਰੇ ਵਿਆਹੇ ਬੈਠੇ ਨੇ ਇੱਥੇ, ਮੈਂ ਇਕੱਲੇ ਹੀ ਕੁਵਾਰਾ ਇਹਨਾਂ ਚੋਂ। ਮੈਨੂੰ ਦੇ ਦਿਓ ਜਿਹੜਾ ਦੇਣਾ ਜਿਹੜਾ ਰਿਸ਼ਤਾ, ਕੋਈ ਗੱਲ ਨਹੀਂ। ਮੈਨੂੰ ਦੱਸੋ ਉਹ ਨਿਦਾਲ ਵਾਲੇ ਕੇਸ ਦਾ ਕੀ ਬਣਿਆ। ਲਾਂਤੀ। ਮੈਂ ਕਹਿ ਰਿਹਾ ਨਿਦਾਲ ਵਾਲੇ ਕੇਸ ਦਾ ਕੀ ਬਣਿਆ, ਦੱਸ ਦੇ ਕਿਉਂ ਨਹੀਂ। ਯਾਰ ਰੇਲ ਸਾਹਿਬ ਨੂੰ ਜ਼ਰਾ ਉੱਤੇ ਰੇਲ ਸਾਹਿਬ ਇਹਨੇ ਨਹੀਂ ਯਾਰ ਦੱਸਣਾ, ਕਰਾ ਇਹਨੇ ਕੇ ਬੇਸ਼ਰਮੀ ਦਾ ਮੁਨਾਜ਼ਰੇ ਦੀ ਹੱਸਾ ਰੂਦਾਤ ਸੁਣਾ ਤੇ ਦੇ। ਸੁਣਾਓ। ਫੈਜ਼ਾਨ ਭਾਈ, ਇਹਨਾਂ ਨੇ ਜਿਹੜਾ ਚੰਦਾ ਇਕੱਠਾ ਕੀਤਾ ਹੈ ਨਾ ਮਸਰੂੜੇ ਨਹੀਂ, ਤੇ, ਲਾਂਤੀ 150 ਸਾਲ ਨਿਦਾ ਦੀ ਗੱਲ ਹੋਣ ਡਈ ਹੈ। ਇਹ ਹੀ ਉਹ ਸਾਡੀ 20 ਜਾਤ ਮਿਲੀਅਨ ਇਹੀ ਸਾਡੀ ਪੌਂਡ ਜਾਤ ਦਿੱਤਾ ਹੈ। ਇਹਨਾਂ ਨਹੀਂ ਨਹੀਂ, ਇਹ ਉਹ ਕੌਮੀ 150 ਅਸੈਂਬਲੀ ਸਾਲ ਚ ਤੋਂ ਨਾ ਕੌਮੀ ਸ਼ਾਹ ਅਸੈਂਬਲੀ ਚ ਜੀ ਨਿਦਾ ਦੀ ਗੱਲ ਹੋਈ। ਉਹ ਨਾ ਕੌਮੀ ਅਸੈਂਬਲੀ ਚ ਨਿਦਾ ਦੀ 150 ਗੱਲ। ਸਾਲਾਂ ਤੋਂ ਨਾ, ਉਹ 150 ਸਾਲਾਂ ਤੋਂ ਸਾਰੀਆਂ ਜਿਹੜੀਆਂ ਹੈਗੀਆਂ ਨਾ, ਪਹਿਲੇ ਨੁਸਰਤ ਬੀਬੀ ਦੇ ਗੱਲ ਹੁੰਦੀ ਰਹੀ, ਉਹ ਲਾਂਤੀਆ ਫਿਰ ਉਸ ਤੋਂ ਬਾਅਦ ਨਿਦਾਓ ਨਸਰ ਦੇ ਗੱਲ ਹੁੰਦੀ ਰਹੀ। ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ, ਉਹ ਕਾਦੀਆਨੀਆਂ ਬੁੱਢੀਆਂ ਤੇ ਚੱਲਦੀਆਂ ਰਹੀਆਂ। 150 ਉਹ ਸਾਲ ਸਾਰੀਆਂ ਕਹਿ ਤੇ ਰਿਹਾ, ਤੁਹਾਡੀ ਜਿੱਤਦਾਰੀ ਗੱਲ ਹੈ, ਤੁਹਾਡੇ ਕੋਲ ਨਿਦਾ ਭਾਈ ਤੁਸੀਂ ਜਿੱਤ ਗਏ ਹੋ, ਅਸੀਂ ਨਹੀਂ ਜਿੱਤ ਸਕਦੇ ਇਸ ਮਾਮਲੇ 'ਚ। 150 ਸਾਲ ਚ ਨਿਦਾ ਦੀ ਤੁਹਾਡੇ ਕੋਲ ਭਾਜੀ ਨਿਦਾ ਹੈਗੀ ਹੈ, ਤੁਸੀਂ ਜਿੱਤ ਗਏ ਹੋ, ਅਸੀਂ ਨਹੀਂ ਜਿੱਤ ਸਕਦੇ। 150 ਸਾਲ ਸਾਡੇ ਕੋਲ ਨਹੀਂ ਇਹੋ ਜਿਹੀ ਬਗਾਤੀ ਹੁੰਦੀ ਆ, ਤੁਹਾਡੇ 'ਚ ਬਗਾਤੀ, ਤੁਸੀਂ ਜਿੱਤ ਗਏ ਹੋ। ਸਹੀ ਕਹਿ ਰਹੇ ਹੋ। ਲਾਂਤੀਆ ਬੰਦ ਕਿਉਂ ਇੱਕ ਮਿੰਟ ਬੰਦ ਜ਼ਰਾ ਕਰਨਾ ਬਾਰ-ਬਾਰ। ਅੱਛਾ ਰੇਲ ਸਾਹਿਬ ਛੱਡੋ ਗੱਲ, ਮੇਰੀ ਗੱਲ ਸੁਣੋ ਤੁਸੀਂ। ਕਿਹੜੇ ਮੌਜੂ ਤੇ ਗੱਲ ਕਰਨੀ ਹੈ ਤੁਸੀਂ। ਜੇ 150 ਸਾਲ ਤੋਂ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਇੱਕ ਕਾਦੀਆਨੀ ਹੈ ਐਸਾ ਕਿ ਜਿਹੜਾ ਮਿਰਜ਼ਾ ਸਾਹਿਬ ਨੂੰ ਅਮਲਨ ਹਕਮੋ ਅਦਲ ਮੰਨਦਾ ਹੋਵੇ, ਅਮਲਨ ਹੈ ਕੋਈ ਨਹੀਂ, ਐਸਾ ਪਹਿਲਾਂ ਤੇ ਇਹ ਕਾਦੀਆਨੀ? ਮੰਨੋ ਕਿ ਇਹ ਜਿਹੜਾ ਬੰਦਾ ਵਾ ਇਹ ਤੇ ਲਾਨਤ ਪਾਉਣਾ। 150 ਸਾਲ ਤੋਂ ਨਿਦਾ ਦੀ ਗੱਲ ਹੋ ਰਹੀ। ਨਹੀਂ ਉਹ ਨਹੀਂ ਸਿਲਸਿਲਾ ਪਰ ਤੇ ਉਹੀ ਲਾਨਤ ਚੱਲਦਾ ਆ ਰਿਹਾ ਪਾਣਾ ਨਾ। ਕਿ ਇਹ ਉਹਨਾਂ ਤੁਹਾਡੀ ਦੇ ਕਹਿਣ ਹਾਰਨ ਦਾ ਦੀ ਮਤਲਬ ਪਹਿਲੀ ਇਹ ਵਜ੍ਹਾ ਹੈ, ਹੁੰਦੀ ਹੈ ਕਿ ਐਸੀ ਉਹਨਾਂ ਗੱਲ ਦੇ ਕਰੋ। ਕਹਿਣ ਜੀ ਦਾ ਮਤਲਬ ਉਸਮਾਨ ਭਾਈ, ਉਸਤਾਦ ਸਾਹਿਬ ਗਏ ਨੇ ਚਲੇ, ਹੁਣ ਇਹਨਾਂ ਸਾਰਿਆਂ ਦੀ ਹਾਰ ਗਈ। ਚਲੋ ਮੈਂ ਤੇ ਅੱਗੇ ਥੋੜਾ ਲਿਹਾਜ਼ ਕਰਨਾ ਪੈਂਦਾ, ਉਸਤਾਦ ਬੈਠੇ ਨੇ ਉੱਥੇ। ਇਹ ਦੇਖ, ਆਇਓ ਬਈ ਮਰਜ਼ਾਈਓ ਸਾਰੇ ਲੈਣ ਸਿਰ ਆਇਓ, ਆਇਓ ਵੀ ਇਹ ਮਰਜ਼ਾਈ ਦੇਖ, ਹੁਣ ਸਾਰੇ ਲੈਣ ਚ ਨਾ। ਮੈਨੂੰ ਇਹ ਦੱਸੋ ਦੇਖ, ਬਈ ਇਹ ਦੇਖ, ਨਿਦਾ ਇਹ ਜਿਹੜੀ ਦੇਖ। ਏ, ਉਹ ਨਿਦਾ ਦਾ ਕੀ ਸੀਨ ਲਾਂਤੀਆ, ਬਣਿਆ, ਉਹ ਨਿਦਾ ਦਾ ਕੀ ਲਾਂਤੀਆ ਸੀਨ ਤੇਰਾ ਬਣਿਆ, ਹਾਲ ਹੈ। ਨਿਦਾ ਦਾ ਕੀ ਲਾਂਤੀਆ ਸੀਨ ਬਣਿਆ, ਦੱਸੋ ਮੈਨੂੰ। ਆ ਮੇਰਾ ਹਾਲ ਤੁਸੀਂ ਦੇ ਦਿਓ, ਰਿਸ਼ਤਾ ਮੈਨੂੰ ਦੇ ਦਿਓ, ਉਹ ਮੇਰਾ ਹੀਰਾ ਹਾਲ ਮੰਡੀਆਂ ਠੀਕ ਕਰ ਤੇਰੀਆਂ ਦਿਓ, ਭੈਣਾਂ ਬੈਠੀਆਂ, ਮੈਨੂੰ ਦੇ ਉਹਨਾਂ ਦਿਓ। ਨੂੰ ਗੱਲ ਉਹ ਤੇ ਮਿਰਜ਼ਾ ਸਾਹਿਬ ਰਹਿੰਦੇ ਸਨ ਨਾ, ਮਿਰਜ਼ਾ ਸਾਹਿਬ ਆ ਕੇ ਭਾਈ ਹੀਰਾ ਮੰਡੀ ਰਹਿੰਦੇ ਸਨ, ਤੁਹਾਨੂੰ ਨਹੀਂ ਪਤਾ, ਕਿਤਾਬਾਂ 'ਚ ਕੱਢੀਏ ਤੁਹਾਡੀ ਬਾਰ। ਮਿਰਜ਼ਾ ਸਾਹਿਬ ਜਨਾਬ ਹੀਰਾ ਮੰਡੀ ਆ ਕੇ ਤੇ ਉੱਥੇ ਕਿਆਮ ਕਰਦੇ ਸਨ ਬਕਾਇਦਾ। ਤੇ ਉਹ ਤੁਹਾਡੇ ਜਿਹੜੇ ਲੋਰੀ ਨੇ ਉਹ ਕਹਿੰਦੇ ਨੇ ਵਲੀउल्लाह भी कभी कभी जना कर लेते हैं, लेकिन हमें मिर्ज़ा साहब जो है वो वलीउल्लाह थे और वलीउल्लाह भी कभी कभी जना कर लेते हैं, लेकिन हमें जो है वो इख्तलाफ मौजूदा खलीफे पर है कि वो हर वक्त जना करता रहता है। ਤੁਹਾਡੇ ਵਿੱਚ ਤੇ ਯਾਰ ਵਲੀउल्लाह जना ਕਰ ਸਕਦੇ ਨੇ, ਮੈਂ ਤੇ ਫਿਰ ਕੋਈ ਨਹੀਂ ਕੀਤਾ ਤੇ ਮੈਨੂੰ ਵੀ ਵਲੀउल्लाह ਮੰਨ ਲਓ ਤੇ ਕਦੀ ਆਹੋ ਮੈਨੂੰ ਵੀ ਵਲੀउल्लाह ਮੰਨ ਲਓ। ਕੋਈ ਮੈਨੂੰ ਵੀ ਉਹ ਜਿਹੜਾ ਕੀ ਨਾਮ ਆਂਦਾ ਸੀ, ਕਹਿੰਦਾ ਜਲਾਲੀ ਮਸੀਹ ਕਾਣਾ ਹੈਗਾ, ਮੈਨੂੰ ਉਹੀ ਮੰਨ ਲਓ ਤੁਸੀਂ। ਕੋਈ ਸਾਡੇ ਵੀ ਹਾਲਾਤ ਠੀਕ ਕਰ ਦਿਓ। ਇਹ ਨਹੀਂ ਬੰਦੇ ਦਾ ਪੁੱਤਰ ਬਣਦੇ। अस्सलाम वालेकुम। ਵਾਲੇਕੁਮ ਸਲਾਮ। ਇਹ ਕਹਿੰਦੇ ਨੇ ਜੀ ਜਿਹੜਾ ਨਾ ਦਜਾਲ ਉਹ ਰਾਈਟ ਹੈਂਡ ਸਾਈਡ ਤੋਂ ਕਾਣਾ ਉਸੇ ਦੇ ਮਿਰਜ਼ਾ ਸਾਹਿਬ ਉਹਦੇ ਨਾਲ ਮਿਲਦੇ ਨਹੀਂ। ਮਿਰਜ਼ਾ ਸਾਹਿਬ ਉਹਨਾਂ ਦਾ ਜਿਹੜਾ ਨਾ ਲੈਫਟ ਹੈਂਡ ਸਾਈਡ ਤੋਂ ਕਾਣੇ ਨਾ ਇਹ ਮਰਜ਼ਈ ਇਹ ਕਹਿੰਦੇ ਨੇ ਕੰਜਰ। नहीं गाली ना दो, गाली ना दो। रेल साहब ने ऊपर लिया सी, रेल साहब से बात करनी थी हमने वो बैत फार्म के ऊपर। तो रेल साहब वो जो आपने तहकीक करवानी थी ना लोगों को, उसके ऊपर हमने गुफ्तगू करनी थी, आप फिर चले गए हैं। अच्छा जी, हमजा भाई भी है नीचे। यार एक सीट खाली रखे ना, फिर कोई बंदा आए उसको ले लें। अच्छा मिर्ज़ा साहब की ना वो इबारत पढ़ने लगा था मैं। वालेकुम सलाम। मिर्ज़ा साहब ने अपनी ज़मीमा बराए ने अहम दिया, जिसको मिर्ज़ा कादियानी ने कहा है कि मैंने खुदा से इल्हाम पाकर ये किताब लिखी है माज़अल्लाह। तो उसमें ये लिखता है कि जो नमाज आपने अदा करनी है ना, तो उसमें जो खशो खदू है, वो खशो खदू इस तरह होना चाहिए कि जैसे आप किसी रंडी या अपनी बीवी के साथ जिमा करते हैं, उस जुमा पर जब
نطفہ اندام نہانی میں گرتا ہے نا، اندام نہانی میں جب نطفہ گرتا ہے تو اس وقت جو مزہ آ رہا ہوتا ہے نا، وہی مزہ جو ہے وہ نماز میں آپ کو آنا چاہیے، وہی خشوع و خضوع ہونا چاہیے نماز میں، پھر ہے نماز۔ تو یہ جو لجنائیں ہوتی ہیں جن کی ابھی شادی بھی نہیں ہوئی، تو کیا جب تک وہ شادی نہیں ہوتی تو وہ اس خشوع و خضوع سے جو ہیں وہ محروم رہتی ہیں؟ یا وہ قادیانی جن کی شادی نہیں ہوئی وہ کیا کرتے ہیں؟ اب اس سے ثابت کیا ہوا کہ ان چیزوں کو سوچنا وہ پڑے گا۔ عثمان بھائی وہ یہ لاش سے رجولیت کرواتے ہیں سارے، اور جو لجنات ہیں وہ وہاں سکھوں سے رجولیت کرواتی ہیں۔ ایک قادیانی سے میں نے پوچھا کہ بھائی اس کا مجھے جواب دو، جو لجنائیں تمہاری یا تم لوگ جن کی شادیاں نہیں ہوئی یہ خشوع و خضوع کیسے لے کر آئیں گے؟ تو اس نے صاف طور پر کہا کہ دیکھو کہ جیسے کہ لاہور میں ہیرا منڈی بنی ہوئی ہے، اب اس کو حوالہ دیا تھا، اس مرزا قادیانی بھی ادھر مقیم ہوتا تھا، تو جو ہیرا منڈی بنی ہوئی ہے کہتا وہ کس چیز کے لیے؟ یعنی کہ وہ اپنے مرزا قادیانی کی اس عبارت پہ شرمندہ نہیں ہوا، بلکہ اس نے ایک واضح طور پر بتا دیا کہ بھائی یہ حل ہے ہمارے پاس۔ اب جو تم لوگ رہتے ہی باہر ہو، باہر پھر کیا کرتے ہو؟ باہر پھر یہ آپس میں ہی رنڈی بازی کرتے ہوں گے، باہر انہوں نے اپنی ہی ہیرا منڈی کھولی ہوگی، لیکن عملاً کوئی بھی مرزا قادیانی کو، کوئی ایک قادیانی ہے، میں نے پوسٹ بھی لگائی تھی کل بھی، کہ کوئی ایک قادیانی آئے اور کہے کہ ہاں میں مرزا قادیانی کو عملاً حکم و عدل مانتا ہوں، کیونکہ ان کا دعویٰ ہے۔ یہ احمد اوپل صاحب آئے، ان کو میں لیتا ہوں، ایک بھائی نیچے جائے، بھائی ٹھہرے، میں حمزہ بھائی آپ کو نیچے اتار میں دوں؟ نیچے جاتا ہوں۔ نہیں، احمد اوپل صاحب کو لے لیتے ہیں۔ احمد اوپل صاحب آ جائیں ادھر، ہم ڈھونڈ رہے ہیں ایسا قادیانی جو مرزا قادیانی کو عملاً حکم و عدل مانتا ہو۔ اور وہ دعویٰ کرے کہ بالکل میں مرزا قادیانی کی ایک ایک تحریر اور اس کے بعد اس کو عملاً حکم و عدل بھی تسلیم کرتا ہوں، کیونکہ مرزا صاحب کا دعویٰ ہے۔ اور وہ تحریر عثمان جو بھائی وہ ذرا تحریر پڑھیں جب مرزا صاحب آ کے وہاں ٹھہرا کرتے تھے ہیرا منڈی میں نا، وہ ذرا تحریر پڑھیں، نیچے کچھ قادیانی ہے بیچاروں کو طرف نہیں مٹی لگی ہوئی ہے، انہیں یقین آ جائے۔ ٹھیک ہے، مرزا ویسے ایک قادیانی بات ہے، مرزا صاحب اگر وہاں ٹھہرا بھی کرتے تھے تو ہم ان پہ اعتراض نہیں کرتے، ان کی نانی کا محلہ تھا یار، ٹھہر سکتے ہیں، ایسے اتنی کوئی بڑی بات تو نہیں۔ عثمان بھائی کیا کہتے ہیں آپ؟ جی اپنے رشتہ داروں، اپنے مریدوں کے گھروں میں جانا کوئی بڑی بات نہیں ہے۔ یہ مرزا ہے ڈاکٹر مرزا یعقوب بیگ، تو ان کی تعریف یہ ہے کہ بھائی جو مرزا قادیانی کے ہاتھ میں بیعت ہو گیا وہ صحابہ رسول اللہ میں داخل ہو گیا۔ اب ان کے نزدیک ان کی حیثیت صحابی کی ہے۔ اچھا جی، یہ ہے ڈاکٹر مرزا یعقوب بیگ صاحب، کہتے ہیں کہ حضرت مسیح موعود اور کہ ایک اور مخلص مرید ڈاکٹر مرزا یعقوب تھے، انہوں نے اپنے قبول قادیانیت کے اور بعد کے حالات جو 1933 میں پیغام و صلح میں لکھے درج ذیل ہے۔ کہتے ہیں میری عمر قریباً 18 سال کی تھی، یعنی 1900 یہ سن ادھر مٹا ہوا ہے تھوڑا سا، اچھا کیونکہ یہ پرانی تحریر ہے۔ میں جب میڈیکل کالج کی سیکنڈ ایئر کلاس میں پڑھتا تھا کہ حضرت مسیح موعود لاہور تشریف لائے۔ ڈاکٹر عبدالحکیم خان نے جو اس وقت تیسرے سال میں پڑھتے تھے مجھے اطلاع دی، میں ان کے ساتھ ان کی زیارت کے لیے گیا۔ آپ محبوب رائیوں کے مکان واقعہ ہیرا منڈی میں مقیم تھے۔ سبحان آپ اللہ۔ سبحان اللہ اور قادیانیوں نیڑے آ کے تبارک لے لو ہن۔ مکان کا بڑا پھاٹک تھا جو بند تھا، بھائی پھاٹک بھی لگایا ہوا تھا مکان کا جو بند تھا، آمد و رفت کے لیے کھڑکی کھلی، یاد ہے نا وہ کھڑکی سے نکلتی ہیں تو اب عثمان بھائی یہاں پہ ایک بات کہ وہ پھاٹک بند کیوں تھا؟ وہ جو بندہ پیسے دیتا تھا صرف اسے گزرنے کی اجازت ہوتی تھی، ورنہ نہیں۔ جی اچھا جی، اب سیرت بھی ان قادیانیوں نے خود ہی مرزا صاحب کی خود اپنے ہاتھوں سے لکھی ہوئی ہے، نہ سیرت کسی مسلمان نے لکھی ہے، نہ کسی مسلمان نے کوئی حاشیہ رائی کی ابھی تک، خود ان کے مریدوں نے لکھی ہے۔
خود مرزا قادیانی کے بیٹے مرزا بشیر الدین محمود ایم اے ان دونوں نے مرزا قادیانی کی سیرت کے اوپر بات کی ہے. اچھا ہمارے ساتھ کاشف بھائی یہ کوئی آیا ان کا نام مجھے نہیں پڑھا جا رہا. پرویز شاید اس طرح کچھ لکھا اسکرین ہے. میں کوئی پتہ نہیں کیا نام ہے. مرزیا نیچے بکواس کر رہا ہے کب سے یہ ابھی اوپر آ گیا. اچھا جی اچھا جی یہ مرزا صاحب کی تعلیم پیش کر رہے تھے نیچے. اچھا اچھا جی جی مرزائی صاحب انمیوٹ کریں اور مرزا صاحب کے ہمیں وہ الہام سنائیں ذرا اور نشان سنائیں. نشان نمبر 85 سنا دیں آج. اچھا سارے بھائی ذرا چوکس یہ بولتا ہے ٹھیک ہے نہیں تو اسے اٹھا کر نیچے پھینک ریموٹ وہ رپورٹنگ کر رہا ہوگا. ہنی مرزائی صاحب 1 2 3 انجوائے پہنچ جاؤ تھلے. چلو جی آ جاؤ مرزائی صاحب کوئی ہمیں مرزا قادیانی کا کوئی نشان دکھائیں کوئی نشان پڑھ کے سنائیں. یہ فرینکفرٹ بھائی کوئی آیا ہوا ہے اس کو میں نے کال پہ کم اوبن بیتے مرزئی آئے نے ਇਹਨਾਂ ਨੂੰ ਹਵਾਲਾ ਦਿਓ ਵਾਲਾ ਜਿਹੜਾ ਇਹ ਦੁਬਾਰਾ ਦੂਜਾ ਜਨਮ ਲੈ ਕੇ ਆਵਣ ਗੋਬਰ ਚ ਮੂੰਹ ਦੇ ਕੇ. اور جناب وہ گلیاریاں واسطے گیا سوراں واسطے نہیں. ਉਹ ਸੂਰਾਂ ਨੂੰ ਨਹੀਂ ਦੂਜਾ ਜਨਮ ਮਿਲਣਾ ਉਹ ਗਲੈਰੀਆਂ ਨੂੰ ਮਿਲਣਾ ਖਾਲੀ. ਉਹ ਹੁਣ ਉਹ ਗਲੈਰੀ ਪਤਾ ਕਿਹੜੀ ਹੈ ਕੋਈ ਨਵੀਂ ਨਕੌਰ ਮਰਵੈਨ ਹੋਵੇ ਨਾ ਅਨਟੱਚ ਉਹ ਗਲੈਰੀ ਦਾ ਕੋਈ ਹਿਸਾਬ ਤਾਂ ਬਣਦਾ. ਬਾਕੀ ਇਹ ਸਾਰੇ ਸੂਰ ਨੇ. اچھا وہ شرط بھی ان ٹچ والی ہے یعنی کہ کوئی زندہ ہو ہی نہ. ਹਾਂ ਬਿਲਕੁਲ ਬਿਲਕੁਲ ਜੀ. ਸਾਡੇ ਕੋਲ ਲਜਣਾ ਸਪੈਸ਼ਲਿਸਟ ਕਾਸ਼ਫ ਚੌਧਰੀ ਸਾਹਿਬ ਬੈਠੇ ਨੇ ਕੋਈ ਲਜਣਾ ਲੁਜਣਾ ਉੱਤੇ ਆਈ ਹੋਵੇ ਤੇ. اور نکلو قادیانیوں باہر. کوئی مرزا قادیانی کو عملاً حکم و عدل مانتا ہے اور وہ کہتا ہے کہ میں بالکل مرزا قادیانی کو عملاً حکم و عدل مانتا ہوں اور میں اس کی سیرت کے اوپر چلتا ہوں. تو آئے اوپر آ کے بات کرے. ਸਮਾਨ ਭਾਈ ਜਿਹੜਾ ਉਹਦੀ ਸੀਰਤ ਤੇ ਚੱਲੇਗਾ ਉਹਨੂੰ ਤੇ ਰਜੂਲੀਅਤ ਵੀ ਕਰਵਾਉਣੀ ਪੈਣੀ. ਜੂਲੀਅਤ ਤਾਂ ਸਾਡੇ ਕੋਲ ਹੈਗਾ ਇੱਕ ਬੰਦਾ ਮਸਲੇ ਤੇ ਬੜੇ ਜਿਹੇ ਨੇ ਜਿਹੜਾ ਕਰਦਾ ਹੈਗਾ ਰਜੂਲੀਅਤ. ਇੱਕ ਸਮਝ ਨਹੀਂ ਆਉਂਦੀ ਨਾ ਸਾਨੂੰ ਵਿਹਲਿਆਂ ਸਮਝਿਆ ਕੋਈ ਇਧਰੋਂ ਆ ਜਾਂਦਾ ਨੀਜ਼ਾ ਦਾ ਰਿਸ਼ਤਾ ਲੈ ਲਓ ਕੋਈ ਇਧਰੋਂ ਆ ਜਾਂਦਾ ਮੇਰੀ ਅੰਮਾ ਜਿਹੜੀ ਉਹ ਆਂਦੀ ਏ ਅੱਬਾ ਲੱਭ ਗਿਆ. ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ. ਕਦੀ ਅੱਬਾ ਲੱਭਣ ਆ ਜਾਂਦੇ ਨੇ ਕਦੀ ਨੀਜ਼ਾ ਦਾ ਰਿਸ਼ਤਾ ਲੈ ਕੇ ਆ ਜਾਂਦੇ ਨੇ. ਹੁਣ ਜਿਹੜਾ ਆਇਆ ਉਹਨੂੰ ਪੁੱਛਿਆ ਜੇ ਰਜੂਲੀਅਤ ਕਰਵਾਈ ਆ ਕਦੀ ਕਿ ਨਹੀਂ. ਪੱਕਾ ਮੰਨਣ ਵਾਲਾ ਤਾਂ ਹੀ ਬਣਨਾ ਨਾ. ਜਿਸ ਤਰ੍ਹਾਂ ਭੋਲਾ ਪੁੱਛਦਾ ਓਏ ਉਰੇ ਆ ਗੱਲ ਸੁਣ ਕਦੀ ਰਜੂਲੀਅਤ ਕਰਾਈ. چلو میں پوسٹر لگا دوں کہ مرزا قادیانی کو حکم و عدل کون مانتا ہے. جو بھائی نیچے گئے نا وہ آ جائیں اوپر جب تک کوئی قادیانی نہیں نتا. ایک سیٹ خالی رکھ لیں. کوئی قادیانی یا مرزا انجینئر کا کوئی اسٹوڈنٹ آتا ہے نا اس کو لے لیں کال پہ. یار یہ مجیب بھائی بھی بیٹھے ہوئے ہیں لیکن بات کوئی نہیں کر رہے. السلام علیکم. وعلیکم السلام. کیا حال ہے سب کا؟ جی اللہ پاک کا کرم. آپ کیسے؟ میں ٹھیک ٹھاک اللہ کا شکر.
एक बार मुझे ही फुल स्क्रीन पे कर दें। हेलो, सारे सो गए हो? मेरा तो ना फैजान भाई जॉब का वक्त है, आप भाई बात करें, ब्रॉड चलती रहेगी, मैं साथ साथ फिर दूसरे काम भी करूँगा। सही हो गया। काशिफ भाई मौजूद हो कि सो गए हो? काशिफ भाई भी मुझे लगता है जॉब पे हैं, वो मसरूफ होने हैं फैजान भाई। हाँ सही हो गया। नहीं मैं क्या, नहीं तो मैं हले नारे लवान लगा सा काशिफ भाई दे नाल, लजना स्पेशलिस्ट काशिफ चौधरी। मैं हले नारे लवान लगा सारे को। पोस्ट एक बनाता हूँ मैं, हाँ एक पोस्ट बना के वो लगाते हैं यहाँ पे, लजना स्पेशलिस्ट बैठे हुए हैं यहाँ आके। हाँ, वो अपनी अपनी लजनात की मेडिसिन यहाँ से हासिल करें। हाँ, तबीयत ज्यादा खराब हो तो इनबॉक्स रब्ता करें उनके। अच्छा मैं सब है जब जो उस्ताद साहब आंदे ने ना, उस टाइम रोड ਨੂੰ ਨਾ ਮਜ਼ੀਦ 4 ਚੰਨ ਲੱਗ ਜਾਂਦੇ ਨੇ, ਦਸਤੀ ਆਵਾਮ ਉਤੇ ਜਾਂਦੀ ਹੈ। ਤੁਸੀਂ ਨਾ ਮੁਫਤੀ ਸਾਹਿਬ ਨੂੰ ਫੋਲੋ ਕਰਦੇ ਕਰਦੇ ਬਹੁਤ ਜ਼ਿਆਦਾ ਆਵਾਮ ਆ जाती है ना, फॉलो करते करते।
ओ क्या मसला हो गया है